ਜਦੋਂ ਖੇਤੀ ਦੇ 3 ਕਾਨੂੰਨ ਪਾਸ ਹੋਏ ਸੀਗੇ ਉਦੋਂ ਸਰਕਾਰ ਕੋਲੇ ਰਾਜ ਸਭਾ ਦੇ ਵਿੱਚ ਬਹੁਮਤ ਨਹੀਂ ਸੀ ਹੈਗਾ। ਪਰ ਰਾਜ ਸਭਾ ਦੇ ਵਿੱਚ ਬਿੱਲ ਕਿਉਂ ਪਾਸ ਹੋ ਗਿਆ, ਇਸ ਗੱਲ ਦਾ ਜਵਾਬ ਮੌਜੂਦਾ ਵਿਰੋਧੀ ਧਿਰਾਂ ਦਾ ਕੋਈ ਵੀ ਲੀਡਰ ਦੇ ਨਹੀਂ ਸਕਦਾ ਹੈਗਾ। ਨਾਲ ਦੀ ਨਾਲ ਰੌਲਾ ਪਾਇਆ, ਵਿਰੋਧ ਕੀਤਾ, ਲੋਕਾਂ ਵਿੱਚ ਸੱਚੇ ਹੋ ਗਏ, ਬੜਾ ਜ਼ੋਰ ਲਾਇਆ ਜੀ ਅਸੀਂ, ਨਾਲੇ ਬਿੱਲ ਪਾਸ ਕਰਵਾਤੇ, ਨਾਲੇ ਲੋਕਾਂ 'ਚ ਕਮਾਈ ਕਰ ਲਈ। ਬੜਾ ਜ਼ੋਰ ਲੱਗਾ ਜੀ ਅਤੇ ਕਾਪੀਆਂ ਪਾੜ ਕੇ ਰਾਜ ਸਭਾ ਦੇ ਸਪੀਕਰ ਦੇ ਮੂੰਹ ਤੇ ਮਾਰ ਦਿੱਤੀਆਂ, ਨਾਲੇ ਪੁੰਨ ਨਾਲੇ ਫਲੀਆਂ। ਗਾਲੀ ਗਲੋਚ ਕਰਨਾ, ਉਹਨਾਂ ਦੇ ਬਾਡੀਗਾਰਡਾਂ ਵੱਲੋਂ ਪਿਸਟਲ ਕੱਢਣਾ, ਵਟਾ ਵਟਾ ਵੀ ਮਾਰਨਾ ਵੀ ਲੋਕ ਸਾਡੇ ਗਲ ਪੈ ਜਾਣ। ਹਰਿਆਣੇ ਦੇ ਸਿਰਸੇ ਦੇ ਵਿੱਚ ਜਿਹੜਾ ਕਿਸਾਨਾਂ ਨੇ ਵਿਰੋਧ ਕੀਤਾ ਉਹਦੇ ਵਿੱਚ ਦੇਸ਼ ਦਰੋਹੀ ਦੇ ਕੇਸ ਦਰਜ ਹੋਏ ਆ। ਇਹ ਕੋਈ ਪਾਕਿਸਤਾਨ ਦੇ ਬੰਦੇ ਥੋੜੇ ਆ। ਭਾਵੇਂ ਸਰਕਾਰ ਨੇ ਵਾਰ ਕਰਤਾ ਵਾ ਹਰਿਆਣੇ ਵਾਲੇ ਵੀਰਾਂ ਤੇ, ਪਰ ਖੱਟੜ ਸਾਹਿਬ ਇਹਦਾ ਮੁੱਲ ਤਾਰਨਾ ਪੈਣਾ ਵਾ। ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਨੇ ਅੰਦੋਲਨ ਨੂੰ ਉੱਚੇ ਮੁਕਾਮ ਤੇ ਪਹੁੰਚਾ ਦਿੱਤਾ ਹੈ, ਜੋ ਹੌਲੀ-ਹੌਲੀ ਜਿੱਤ ਵੱਲ ਵਧ ਰਿਹਾ ਹੈ। ਇਹ ਕਹਿਣਾ ਹੈ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦਾ। ਪੰਧੇਰ ਨੇ ਕਿਹਾ ਹੈ ਕਿ ਸਰਕਾਰ ਦੇ ਸਾਰੇ ਹੱਥਕੰਡੇ ਕਿਸਾਨਾਂ ਤੇ ਮਜ਼ਦੂਰਾਂ ਨੇ ਫੇਲ ਕਰ ਦਿੱਤੇ ਨੇ ਤੇ ਹੁਣ ਸਰਕਾਰ ਦੇਸ਼ ਧਰੋਹ ਦਾ ਨਵਾਂ ਪੈਂਤੜਾ ਲੈ ਕੇ ਆਈ ਹੈ। ਪੰਧੇਰ ਨੇ ਕਿਸਾਨਾਂ ਤੇ ਦਰਜ ਹੋਏ ਦੇਸ਼ ਧਰੋਹ ਦੇ ਮਾਮਲਿਆਂ ਦੀ ਨਿਖੇਧੀ ਕੀਤੀ ਹੈ। ਤਕਰੀਬਨ ਦਿੱਲੀ ਮੋਰਚੇ ਨੂੰ ਚੱਲਦਿਆਂ ਹੋਇਆ 233ਵਾਂ ਦਿਨ ਹੋ ਗਿਆ ਵਾ, ਔਰ ਪੰਜਾਬ ਦੇ ਔਰ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਵਿੱਚੋਂ ਲਗਾਤਾਰ ਆਮਦ ਜਿਹੜੀ ਆ ਕਿਸਾਨਾਂ ਮਜ਼ਦੂਰਾਂ ਤੇ ਮਤਾਵਾਂ ਪੈਣਾ ਦੀ ਇਸ ਮੋਰਚੇ ਵਿੱਚ ਵੱਧ ਰਹੀ ਆ। ਔਰ ਜੋ ਅਸੀਂ ਜਿਹੜੇ ਸੱਤਾ ਪਕਸ਼ ਵਾਲੀ ਭਾਜਪਾ ਦੀ ਸਰਕਾਰ ਆ ਉਹਦੇ ਮੁਕਾਬਲੇ ਤੇ ਜਿਹੜੀ ਵਿਰੋਧੀ ਧਿਰ ਆ ਉਹਨਾਂ ਦੇ ਜਿਹੜੇ ਬਿਆਨਬਾਜ਼ੀ ਅਸੀਂ ਦੇਖੀ ਆ, ਜਿਹੜਾ ਉਹ ਪੱਖ ਰੱਖ ਰਹੇ ਨੇ। ਸਾਰੀਆਂ ਜਿਹੜੀਆਂ ਦੇਸ਼ ਦੀਆਂ ਵਿਰੋਧੀ ਧਿਰਾਂ ਨੇ ਵੀ ਅਸੀਂ ਕਿਸਾਨਾਂ ਦੇ ਹੱਕ 'ਚ ਆ, ਇਹ ਬਿੱਲਾਂ ਨੂੰ ਰੱਦ ਕਰਾਉਣ ਵਾਲੇ ਮਸਲੇ ਤੇ ਕਿਸਾਨਾਂ ਦੇ ਨਾਲ ਆ। ਤੋ ਜੋ ਅਸੀਂ ਪਿਛਲਾ ਕਿਰਦਾਰ ਵਿਰੋਧੀ ਧਿਰਾਂ ਦੇ ਜਿਹੜੇ ਸੰਸਦ ਦੇ MP ਆ ਜਾਂ ਰਾਜ ਸਭਾ ਦੇ ਜਿਹੜੇ MP ਆ ਉਹਨਾਂ ਨੂੰ ਦੇਖਿਆ ਵਾ, ਉਹਦੇ ਤੋਂ ਉਹਨਾਂ ਦੀ ਕਹਿਣੀ ਤੇ ਕਥਨੀ ਵਿੱਚ ਬਹੁਤ ਫਰਕ ਨਜ਼ਰ ਆਉਂਦਾ। ਜਦੋਂ ਖੇਤੀ ਦੇ 3 ਕਾਨੂੰਨ ਪਾਸ ਹੋਏ ਸੀਗੇ ਉਦੋਂ ਸਰਕਾਰ ਕੋਲੇ ਰਾਜ ਸਭਾ ਦੇ ਵਿੱਚ ਬਹੁਮਤ ਨਹੀਂ ਸੀ ਹੈਗਾ। ਇਹਨੂੰ ਦੇਸ਼ ਦੀਆਂ ਸਾਰੀਆਂ ਵਿਰੋਧੀ ਧਿਰਾਂ ਸਮਝਦੀਆਂ ਸੀਗੀਆਂ। ਪਰ ਰਾਜ ਸਭਾ ਦੇ ਵਿੱਚ ਬਿੱਲ ਕਿਉਂ ਪਾਸ ਹੋ ਗਿਆ, ਇਸ ਗੱਲ ਦਾ ਜਵਾਬ ਮੌਜੂਦਾ ਵਿਰੋਧੀ ਧਿਰਾਂ ਦਾ ਕੋਈ ਵੀ ਲੀਡਰ ਦੇ ਨਹੀਂ ਸਕਦਾ ਹੈਗਾ। ਨਾਲ ਦੀ ਨਾਲ ਰੌਲਾ ਪਾਇਆ, ਵਿਰੋਧ ਕੀਤਾ, ਲੋਕਾਂ ਵਿੱਚ ਸੱਚੇ ਹੋ ਗਏ, ਬੜਾ ਜ਼ੋਰ ਲਾਇਆ ਜੀ ਅਸੀਂ, ਨਾਲੇ ਬਿੱਲ ਪਾਸ ਕਰਵਾਤੇ, ਨਾਲੇ ਲੋਕਾਂ 'ਚ ਕਮਾਈ ਕਰ ਲਈ। ਬੜਾ ਜ਼ੋਰ ਲੱਗਾ ਜੀ ਅਤੇ ਕਾਪੀਆਂ ਪਾੜ ਕੇ ਰਾਜ ਸਭਾ ਦੇ ਸਪੀਕਰ ਦੇ ਮੂੰਹ ਤੇ ਮਾਰ ਦਿੱਤੀਆਂ, ਨਾਲੇ ਪੁੰਨ ਨਾਲੇ ਫਲੀਆਂ। ਉਹ ਜਿਹੜਾ ਹੀ ਕਿਰਦਾਰ ਵੇਖਿਆ ਵਿਰੋਧੀ ਧਿਰਾਂ ਦਾ, ਉਹਦੇ 'ਚੋਂ ਸਮੁੱਚੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਮੌਜੂਦਾ ਫੈਸਲਾ ਵਾ ਵੀ ਜਿੰਨੇ ਵੀ ਵਿਰੋਧੀ ਧਿਰਾਂ ਦੇ MP ਆ, ਇੱਕ ਤਾਂ ਉਹ ਸੰਸਦਾਂ ਦੇ ਵਿੱਚ ਮੌਜੂਦ ਰਹਿਣ, ਹਾਜ਼ਰੀ ਪੂਰੀ ਹੋਵੇ, ਚਾਹੇ ਰਾਜ ਸਭਾ ਜਾਂ ਲੋਕ ਸਭਾ। ਦੂਸਰਾ, ਉਹ ਲਗਾਤਾਰ ਜੇ ਕਿਸਾਨਾਂ ਵਿਰੁੱਧ ਕੋਈ ਵੀ ਕਾਨੂੰਨ ਆਉਂਦਾ ਵਾ ਜਾਂ ਭਾਜਪਾ ਆਪਣੇ ਪ੍ਰਚਾਰ ਪ੍ਰੋਪਗੈਂਡੀ ਗੰਢੇ ਲਈ ਇਹ ਸੰਸਦ ਨੂੰ ਚਲਾਉਂਦੀ ਤਾਂ ਉਹਨੂੰ ਲਗਾਤਾਰ ਰੋਕਿਆ ਜਾਵੇ ਔਰ ਵਿਰੋਧ ਕਰਕੇ ਬਾਈਕਾਟ ਨਾ ਕੀਤਾ ਜਾਵੇ। ਜਦੋਂ ਬਾਈਕਾਟ ਕਰਕੇ ਵਿਰੋਧੀ ਧਿਰਾਂ ਦੇ ਸੰਸਦ ਬਾਹਰ ਆ ਜਾਂਦੇ ਤੇ ਕਾਨੂੰਨ ਰਮਾਨ ਨਾਲ ਸਰਕਾਰ ਪਾਸ ਕਰਾ ਲੈਂਦੀ ਆ। ਇਹ ਤਰੀਕੇਕਾਰ ਸਾਨੂੰ ਪਸੰਦ ਨਹੀਂ ਹੈਗਾ। ਉਵੇਂ ਜਿਹੜੀਆਂ ਨੀਤੀਆਂ ਕਰਕੇ ਖੇਤੀ ਦੇ 3 ਕਾਨੂੰਨ ਲੈ ਕੇ ਆਈ ਨਹੀਂ ਸਰਕਾਰ, ਇਹ ਬੜੇ ਲੰਮੇ ਚਿਰ ਦੀਆਂ ਨੇ। ਔਰ 2014 ਵਿੱਚ ਹੀ ਸ਼ਾਂਤਾ ਕੁਮਾਰ ਕਮੇਟੀ ਦੀਆਂ ਸਿਫਾਰਿਸ਼ਾਂ ਆ ਗਈਆਂ ਸੀਗੀਆਂ। ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣਾ, FCI ਨੂੰ ਪਛਾਂ ਖਿੱਚਣਾ, ਉਹਦੀ ਖਰੀਦ ਤੋਂ ਪਛਾਂ ਹਟਣਾ, ਇਹ ਸਾਰੇ ਕੰਮ
ਦਹਾਕਿਆਂ ਪਹਿਲੋਂ ਦੇ ਸ਼ੁਰੂ ਹੋਏ ਨੇ। ਔਰ ਸਾਰੀਆਂ ਦੇਸ਼ ਦੀਆਂ ਵਿਰੋਧੀ ਧਿਰਾਂ ਇਹਨਾਂ ਨੀਤੀਆਂ ਤੇ ਕੋਈ ਸੱਤਾ ਪਕਸ਼ ਨਾਲ ਵਖਰੇਵਾਂ ਨਹੀਂ ਰੱਖਦੀਆਂ ਹੋਗੀਆਂ। ਸੋ ਵਿਰੋਧੀ ਧਿਰਾਂ ਦੇ ਐਮਪੀਸ ਦਾ ਚਿਹਰਾ ਸਾਫ਼ ਕੋਈ ਨਾਲ ਲੋਕਾਂ ਸਾਹਮਣੇ ਪਹੁੰਚ ਸਕੇ, ਐਰ ਕਿ ਇਸ ਗੱਲ ਦਾ ਯਤਨ ਕੀਤਾ ਗਿਆ। ਸੋ ਇੱਕ ਤਾਂ ਇਹ ਸੀਗਾ ਜਿਹੜਾ ਅੱਜ ਵਿਪ ਜਾਰੀ ਹੋਇਆ ਵਾ। ਇਹ ਤੋਂ ਗਾਹਾਂ ਜਿਵੇਂ ਭਾਜਪਾ ਇੱਕ ਨਵਾਂ ਏਜੰਡਾ ਲੈ ਕੇ ਆ ਰਹੀ ਆ ਵੀ ਜਿੱਥੇ ਅੰਦੋਲਨ ਤੇਜ਼ ਚੱਲ ਰਿਹਾ ਉਵੇਂ ਸਾਰੇ ਦੇਸ਼ ਵਿੱਚ ਹੀ ਉਵੇਂ ਪੰਜਾਬ ਤੇ ਹਰਿਆਣਾ ਵਿੱਚ ਖਾਸ ਅਲਾਮਤਾਂ ਸਾਨੂੰ ਦੇਖਣ ਨੂੰ ਮਿਲੀਆਂ। ਜਾਣਬੁੱਝ ਕੇ ਸਮਾਗਮ ਕਰਨਾ, ਜਾਣਬੁੱਝ ਕੇ ਕਿਸਾਨਾਂ ਨੂੰ ਵੰਗਾਰ ਕੇ ਜਾਣਾ, ਅਸੀਂ ਆਪ ਦਾ ਪ੍ਰੋਗਰਾਮ ਕਰਾਂਗੇ, ਗਾਲੀ ਗਲੋਚ ਕਰਨਾ, ਉਹਨਾਂ ਦੇ ਬਾਡੀਗਾਰਡਾਂ ਵੱਲੋਂ ਪਿਸਟਲ ਕੱਢਣਾ, ਵਟਾ ਵਟਾ ਵੀ ਮਾਰਨਾ ਵੀ ਲੋਕ ਸਾਡੇ ਗਲ ਪੈ ਜਾਣ। ਅਸੀਂ ਪੂਰੇ ਦੇਸ਼ ਨੂੰ ਦਿਖਾ ਦਈਏ ਵੀ ਕਿਸਾਨ ਨਹੀਂ ਹੈਗੇ, ਇਹ ਗੁੰਡਾਗਰਦੀ ਕਰਦੇ ਔਰ ਇਹਨਾਂ ਤੇ ਸੰਗੀਨ ਧਾਰਾਵਾਂ ਤੇ ਕੇਸ ਠੋਕੀਏ ਔਰ ਇਹਨਾਂ ਦਾ ਜਿਹੜਾ ਪ੍ਰਚਾਰ ਪ੍ਰੋਪੋਗੰਡਾ ਵਾ ਉਹਨੂੰ ਰੋਕ ਸਕੀਏ। ਸੋ ਇਹਦੇ ਵਿੱਚ ਉਹ ਕਿਸੇ ਹੱਦ ਤੱਕ ਸਫਲ ਵੀ ਹੋ ਰਹੇ ਆ। ਸਾਨੂੰ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ, ਵਿਰੋਧ ਕਰਨਾ ਜੱਜ ਕੇ ਕਰਨਾ, ਕੋਈ ਅਜਿਹੀ ਘਟਨਾ ਨਾ ਵਾਪਰੇ ਜਿਹਦੇ ਨਾਲ ਸਰਕਾਰ ਨੂੰ ਮੌਕਾ ਮਿਲ ਸਕੇ ਸਾਡੇ ਵਿਰੁੱਧ ਬੋਲਣ ਦਾ। ਹਰਿਆਣੇ ਦੇ ਸਿਰਸੇ ਦੇ ਵਿੱਚ ਜਿਹੜਾ ਕਿਸਾਨਾਂ ਨੇ ਵਿਰੋਧ ਕੀਤਾ ਉਹਦੇ ਵਿੱਚ ਦੇਸ਼ ਦਰੋਹੀ ਦੇ ਕੇਸ ਦਰਜ ਹੋਏ ਆ। ਇਹ ਕੋਈ ਪਾਕਿਸਤਾਨ ਦੇ ਬੰਦੇ ਥੋੜੇ ਆ, ਕਹਿੰਦੇ 124 ਏ ਲਾਈ ਗਈ ਆ। ਉਸ 124 ਏ ਦੇ ਵਿਰੁੱਧ ਜਿਹੜੀ ਜਨਹਿਤ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਆਈ ਆ ਔਰ ਜਿਹੜੇ ਸੁਪਰੀਮ ਕੋਰਟ ਨੇ ਕਿਹਾ ਵਾ ਵੀ ਭਾਈ ਇਹ ਜਿਹੜਾ ਵਾ ਲੋਕ ਵਿਰੋਧੀ ਕਾਨੂੰਨ ਆ, ਇਹ ਜਿਹੜਾ ਅੰਗਰੇਜ਼ਾਂ ਨੇ ਲੈ ਕੇ ਆਉਂਦਾ ਸੀਗਾ, ਇਹਨੂੰ ਅਜੇ ਤੱਕ ਜਿਹੜਾ ਬਦਲਿਆ ਕਿਉਂ ਨਹੀਂ ਗਿਆ। ਜਿਹੜੀ ਤਿੰਨਾਂ ਜੱਜਾਂ ਦੀ ਮੁਖੀ ਜੱਜ ਸੀਗੀ NV ਰਮਨਾ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਕਾਨੂੰਨ ਹੈ ਇਹਦੇ 'ਚ ਮਹਾਤਮਾ ਗਾਂਧੀ ਤੱਕ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਸੁਪਰੀਮ ਕੋਰਟ ਦੀ ਇਹ ਜਿਹੜੀ ਟਿੱਪਣੀ ਆ ਇਹ ਸਰਕਾਰ ਦੇ ਮੂੰਹ ਤੇ ਚਪੇੜ ਆ ਔਰ ਇਸ ਕਾਨੂੰਨ ਨੂੰ ਬਦਲਣ ਦੀਆਂ ਗੱਲਾਂ ਵੀ ਆਈਆਂ ਨੇ। ਤੋਂ ਅੰਗਰੇਜ਼ਾਂ ਦੇ ਲਿਆਂਦੇ ਕਾਨੂੰਨ ਤਹਿਤ ਦੇਸ਼ ਦਰੋਹੀ ਦੇ ਕੇਸ ਦਰਜ, ਇਸ ਕਰਕੇ ਦੇਸ਼ ਦਰੋਹੀ ਦੇ ਕੇਸ ਦਰਜ ਕੀਤੇ ਆ ਵੀ ਲੰਮਾ ਸਮਾਂ ਤੱਕ ਜ਼ਮਾਨਤ ਨਾ ਮਿਲ ਸਕੇ। ਇਹ ਨਵਾਂ ਪੈਂਤੜਾ ਜਿਹੜੀ ਭਾਜਪਾ ਦੀ ਸਰਕਾਰ ਲੈ ਕੇ ਆ ਰਹੀ ਆ। ਤੋ ਭਰਾਓ ਇਹ ਜਿਹੜਾ ਵਾ ਵਰਤਾਰਾ ਵਾ, ਇਸ ਭਾਜਪਾ ਦੇ ਵਰਤਾਰੇ ਤੋਂ ਸੁਚੇਤ ਹੋਣ ਦੀ ਲੋੜ ਆ। ਅੰਦੋਲਨ ਵੀ ਚਲਾਉਣਾ ਵਾ, ਸੁਚੇਤ ਵੀ ਰਹਿਣਾ ਵਾ। ਭਾਵੇਂ ਸਰਕਾਰ ਨੇ ਇਹ ਵਾਰ ਕਰਤਾ ਵਾ ਹਰਿਆਣੇ ਵਾਲੇ ਵੀਰਾਂ ਤੇ, ਪਰ ਖੱਟੜ ਸਾਹਿਬ ਇਹਦਾ ਮੁੱਲ ਤਾਰਨਾ ਪੈਣਾ ਵਾ, ਇਹ ਮੁੱਲ ਦੇਣਾ ਪੈਣਾ ਵਾ। ਇੰਨਾ ਸੌਖਾ ਸਖਾਲਾ ਨਹੀਂ ਹੈਗਾ ਔਰ ਪੂਰੇ ਦੇਸ਼ ਵਿੱਚ ਮੁੱਲ ਤਾਰੋਗੇ। ਜਦੋਂ ਹੁਣ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਬੇਮੌਸਮੀ ਨਹੀਂ ਇੱਕ ਬਾਰਿਸ਼ ਬਹੁਤ ਵੱਡੇ ਪੱਧਰ ਤੇ ਹੋ ਰਹੀ ਆ ਔਰ ਉਸ ਬਾਰਿਸ਼ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਵਿਆਪਕ ਪੱਧਰ ਤੇ ਨੁਕਸਾਨ ਹੋ ਰਿਹਾ। ਪੰਜਾਬ 'ਚ ਵੀ ਅਸੀਂ ਦੇਖ ਰਹੇ, ਹਰਿਆਣੇ 'ਚ ਵੀ। ਪਹਿਲੋਂ ਸੋਕੇ ਦਾ ਕੋਈ ਜਿਹੜਾ ਵਾ ਸਰਕਾਰ ਕੋਲੇ ਪ੍ਰਬੰਧ ਨਹੀਂ, ਜੇ ਹੁਣ ਮੀਂਹ ਪੈ ਗਿਆ ਸਰਕਾਰ ਦੇ ਸਾਰਿਆਂ ਪ੍ਰਬੰਧਾਂ ਦੀਆਂ ਪੋਲ ਖੋਲ ਕੇ ਰੱਖਤੀ ਆ। ਰਾਵੀ ਨੇ ਜਿਵੇਂ ਉਹਦੇ ਨੇੜੇ ਵਸਣ ਵਾਲੇ ਇਲਾਕੇ ਨੂੰ ਆਪਣੇ ਗਲਬੇ 'ਚ ਲਿਆ ਵਾ, ਇਹ ਕਿਸਾਨ ਉੱਠਣੇ ਨਹੀਂ ਹੈਗੇ। ਤੋ ਇਸ ਕਰਕੇ ਸਰਕਾਰ ਕੋਲ ਜਿਵੇਂ ਬਰਸਾਤ ਦਾ ਮੌਸਮ ਆ ਔਰ ਹਰ ਸਾਲ ਹੁੰਦਾ ਵਾ, ਹਰ ਸਾਲ ਸਾਡੇ ਦੇਸ਼ ਵਿੱਚ ਹੜ੍ਹਾਂ ਦੀ ਮਾਰ ਆਉਂਦੀ ਆ। ਪਿਛਲੇ 74-75 ਸਾਲਾਂ 'ਚ ਕੋਈ ਸਬਕ ਨਹੀਂ ਸਿੱਖਿਆ ਹੈ ਵੀ ਜੇ ਸੋਕਾ ਪੈ ਜੇ ਉਹਦਾ ਕੀ ਪ੍ਰਬੰਧ ਕਰਨਾ, ਜੇ ਹੜ੍ਹ ਆ ਜਾਣ ਉਹਦਾ ਕੀ ਪ੍ਰਬੰਧ ਕਰਨਾ। ਇਹ ਸਾਡੇ ਮੁਲਕ ਦੇ ਹਾਕਮਾਂ ਦੀ ਦੇਣ ਆ, ਜੇ ਸਾਰੇ ਸਾਂਭਲਿਆ ਔਰ ਪਾਣੀ ਲਗਾਤਾਰ ਥੱਲੇ ਜਾ ਰਿਹਾ। ਹੁਣ ਜਿੰਨੀ ਬਰਸਾਤ ਹੋ ਰਹੀ ਆ, ਜੇ ਉਹ ਬਰਸਾਤ ਦਾ ਪਾਣੀ ਧਰਤੀ ਤੇ ਥੱਲੇ ਰੀਚਾਰਜ ਹੋਵੇ ਤਾਂ ਥੱਲੜੇ ਪਾਣੀ ਦੀ ਗੁੰਜਾਇਸ਼ ਵੀ ਵੱਧ ਜਾਂਦੀ ਆ। ਨਾ ਤਾਂ ਪਾਣੀ ਦੀ ਘਾਟ ਹੋਵੇ, ਨਾ ਸੋਕਾ ਪਵੇ, ਬਰਸਾਤਾਂ ਦਾ ਪਾਣੀ ਵੀ ਅਸੀਂ ਸਾਂਭ ਲਿਆ ਕਰੀਏ। ਪਰ ਸਾਡੀਆਂ ਸਰਕਾਰਾਂ ਨਹੀਂ ਕਰਨਗੀਆਂ। ਕਿਉਂ ਕਰਨਗੀਆਂ?
क्योंकि ਇਹਦੇ ਨਾਲ ਮਨੁੱਖਤਾ ਦਾ ਭਲਾ ਹੋ ਜਾਣਾ ਔਰ ਮਨੁੱਖਤਾ ਦਾ ਭਲਾ ਹੋ ਗਿਆ ਤੇ ਲੁੱਟ ਬੰਦ ਹੋ ਜਾਣੀ ਆ। ਉਹਨਾਂ ਦੇ ਕਾਰਪੋਰੇਟ ਘਰਾਣਿਆਂ ਨੂੰ ਲੁੱਟਣ ਵਾਸਤੇ ਸਾਰਾ ਮੁਲਕ ਜਿਹੜਾ ਉਹਨਾਂ ਦੇ ਹੱਥ ਵੇਚਣ ਦੀ ਤਿਆਰੀ ਕਰ ਲਈ ਆ ਔਰ ਉਹ ਪੂਰੀ ਤਿਆਰੀ 'ਚ ਇਹ ਸਾਰਾ ਕੁਝ ਕਰ ਰਹੇ ਨੇ। ਇਸ ਕਰਕੇ ਭਰਾਓ ਅੰਦੋਲਨ ਬਹੁਤ ਹੀ ਉੱਚੇ ਤੇ ਬੜੇ ਉੱਪਰਲੇ ਮਕਾਮ ਤੇ ਅੱਜ ਪਹੁੰਚਾ ਦਿੱਤਾ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਨੇ। ਔਰ ਇਹ ਹੌਲੀ ਸਹੀ ਸੁਸਤ ਰਫ਼ਤਾਰ ਦੇ ਵਿੱਚ ਹੀ ਸਹੀ ਪਰ ਆਪਣੀ ਜਿੱਤ ਵੱਲ ਵੱਧ ਰਿਹਾ ਵਾ। ਔਰ ਭਾਜਪਾ ਨੂੰ ਸਰਕਾਰ ਨੂੰ ਸੱਤੀ ਕੱਪੜੀ ਅੱਗ ਲੱਗ ਰਹੀ ਆ। ਏਡੀ ਵੱਡੀ ਸਰਕਾਰ ਔਰ ਸਰਕਾਰ ਨਾਲ ਸਾਡੀ ਬੇਮੇਚੀ ਟੱਕਰਿਆ ਔਰ ਇਸ ਕਰਕੇ ਉਹ ਅੱਜ ਸੱਚੋ ਪੰਚ ਪਏ ਹੋਏ ਆ ਵੀ ਜਿੰਨੇ ਹਮਲੇ ਸਰਕਾਰਾਂ ਨੇ ਕਿਸਾਨ ਮਜ਼ਦੂਰ ਲਹਿਰ ਤੇ ਕੀਤੇ ਆ ਉਹ ਸਾਰੇ ਦੇ ਸਾਰੇ ਲੋਕਾਂ ਨੇ ਕੁੱਟ ਕੱਤੇ ਆ। ਕੋਈ ਕਾਮਯਾਬ ਨਹੀਂ ਹੋਇਆ ਉਹਨਾਂ ਦਾ। ਤਾਂ ਨਵਾਂ ਪੈਂਤੜਾ ਲੈ ਆਉਂਦੇ ਹੁਣ ਦੇਸ਼ ਦਰੋਹੀ ਦਾ ਨਵਾਂ ਪੈਂਤੜਾ ਵਾ। ਔਰ ਲੋਕਾਂ ਦੁਆਰਾ ਚੁਣੀਆਂ ਹੋਈਆਂ ਸਰਕਾਰਾਂ ਔਰ ਲੋਕਾਂ ਦੁਆਰਾ ਚੁਣੇ ਹੋਏ ਜਿਹੜੇ ਐਮਪੀਜ਼ ਆ ਐਮਐਲਏ ਆ ਉਹ ਕਿਵੇਂ ਦੇਸ਼ ਬਣ ਜਾਂਦੇ ਆ ਵੀ ਜਦੋਂ ਤੁਸੀਂ ਉਹਨਾਂ ਦਾ ਵਿਰੋਧ ਕਰੋ ਤਾਂ ਇਹ ਅਰਥ ਕੱਢਿਆ ਜਾਵੇ ਵੀ ਦੇਸ਼ ਦਾ ਵਿਰੋਧ ਆ। ਇਹ ਪਈ ਕੀ ਆ? ਚੁਣਿਆ ਹੋਇਆ ਐਮਐਲਏ ਕਿਵੇਂ ਦੇਸ਼ ਆ? ਚੁਣਿਆ ਹੋਇਆ ਐਮਪੀ ਕਿਵੇਂ ਦੇਸ਼ ਆ? ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨਾਲ ਬਣਦਾ ਵਾ। ਜਿਹੜੇ ਦੇਸ਼ ਨੂੰ ਕਾਰਪੋਰੇਟ ਦੇ ਹੱਥੋਂ ਵੇਚਦੇ ਹੋਣ ਦੇਸ਼ ਦਰੋਹੀ ਤਾਂ ਉਹਨਾਂ ਨੂੰ ਕਿਹਾ ਜਾਣਾ ਚਾਹੀਦਾ। ਜਿਹੜੇ ਦੇਸ਼ ਨੂੰ ਬਚਾਉਣ ਦੀ ਲੜਾਈ ਲੜਦੇ ਹੋਣ ਉਹਨਾਂ ਨੂੰ ਦੇਸ਼ ਦਰੋਹੀ ਕਿਉਂ ਕੀਤਾ ਜਾਂਦਾ? ਇਹ ਸਵਾਲਾਂ ਦੇ ਜਵਾਬ ਇਹ ਤੁਹਾਡਾ ਲਾਇਆ ਹੋਇਆ ਮੋਰਚਾ ਦਊਗਾ ਔਰ ਸਾਨੂੰ ਪੂਰੀ ਆਸ ਆ। ਲਗਾਤਾਰ ਅਸੀਂ ਅੱਗੇ ਵਧ ਰਹੇ ਹਾਂ ਔਰ ਪੰਜਾਬ ਦੀ ਸਰਕਾਰ ਵੀ ਕੋਈ ਕਿਸਾਨਾਂ ਨਾਲ ਇਨਸਾਫ ਨਹੀਂ ਕਰ ਰਹੀ। ਗੰਨੇ ਦਾ ਬਕਾਇਆ ਤੱਕ ਨਹੀਂ ਦਿੱਤਾ ਜਾ ਰਿਹਾ। तो 26 जुलाई ਨੂੰ ਗੁਰਦਾਸਪੁਰ ਦੇ ਕਿਸਾਨ ਹੁਸ਼ਿਆਰਪੁਰ ਦੇ ਕਿਸਾਨ ਦਸੂਆ ਮੁਕੇਰੀਆਂ ਮਿਲਤੇ ਆਪਣੇ ਗੰਨੇ ਦੀ ਬਕਾਏ ਦੀ ਰਕਮ ਲੈਣ ਵਾਸਤੇ ਮੋਰਚਾ ਲਾ ਰਹੇ ਆ। ਸੋ ਇਸ ਕਰਕੇ ਕੇਂਦਰ ਹੋਵੇ ਚਾਹੇ ਪੰਜਾਬ ਹੋਵੇ ਤੁਸੀਂ ਸਾਨੂੰ ਦੇਣਾ ਕੀ ਆ? ਸਾਡੀ ਜਿਹੜੀ ਫਸਲ ਵੇਚੀ ਆ ਸਾਡੇ ਪੈਸੇ ਦੇ ਦਿਓ। ਤੁਸੀਂ ਸਾਨੂੰ ਕੁਝ ਵੀ ਨਹੀਂ ਦੇਣਾ। ਸਾਡੇ ਆਪ ਦੇ ਫਸਲ ਦੇ ਪੈਸੇ ਤਾਂ ਦੇ ਦਿਓ। ਇਸ ਕਰਕੇ ਅਰਜ਼ਿਆ ਤਰਨਤਾਰਨ ਦੇ ਕਿਸਾਨਾਂ ਮਜ਼ਦੂਰਾਂ ਨੂੰ ਵੀ 20 ਤਰੀਕ ਨੂੰ ਤੁਹਾਡਾ 21ਵਾਂ ਜਥਾ ਦਿੱਲੀ ਮੋਰਚੇ ਵੱਲ ਨੂੰ ਕੂਚ ਕਰਨਾ ਵਾ। ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਔਰ ਸਭ ਤੋਂ ਵੱਡੀ ਤਾਕਤ ਇਸ ਦੇਸ਼ ਦੀ ਇਸ ਸੰਸਾਰ ਦੀ ਮਤਾਵਾਂ ਭੈਣਾਂ ਦੇ ਜਥੇ ਭਰਪੂਰ ਤੁਸੀਂ ਲੈ ਕੇ ਆਉਣੇ ਨੇ। ਇਹ ਸਾਨੂੰ ਯਕੀਨ ਆ। ਸਾਡੀ ਅੱਧੀ ਆਬਾਦੀ ਆ ਔਰਤਾਂ ਔਰ ਇਹ ਮੋਰਚੇ ਵਿੱਚ ਉਹਨਾਂ ਦੀ ਤਾਕਤ ਨੇ ਮੁੱਖ ਰੋਲ ਅਪਣਾਉਣਾ ਵਾ। ਇਸ ਗੱਲ ਦਾ ਸਾਨੂੰ ਸਾਰਿਆਂ ਨੂੰ ਖਿਆਲ ਰਹੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੱਸ ਦਈਏ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਪੱਕੇ ਮੋਰਚੇ ਲਗਾ ਕੇ ਬੈਠੇ ਨੇ। ਇਸੇ ਦੇ ਚੱਲਦਿਆਂ ਕੇਂਦਰ ਅਤੇ ਕਿਸਾਨਾਂ ਦੇ ਦਰਮਿਆਨ ਗੱਲਬਾਤ ਦਾ ਸਿਲਸਿਲਾ ਵੀ ਬੰਦ ਹੈ। ਹੁਣ ਦੇਖਣਾ ਹੋਵੇਗਾ ਕਿ ਕਦੋਂ ਖੇਤੀ ਕਾਨੂੰਨਾਂ ਦਾ ਕੋਈ ਹੱਲ ਨਿਕਲਦਾ ਹੈ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਗੁਰੂ ਦਾ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਵਸਾਏ ਪਿੰਡ ਅਕਾਲਗੜ੍ਹ 'ਚ ਇਤਿਹਾਸਕ ਗੁਰਦੁਆਰਾ ਸਾਹਿਬ 'ਚ 19 ਜੁਲਾਈ ਨੂੰ ਸਵੇਰੇ 10 ਵਜੇ ਤੋਂ 1 ਵਜੇ ਤੱਕ ਮਹਾਨ ਗੁਰਮਤਿ ਸਮਾਗਮ ਕਰਾਏ ਜਾ ਰਹੇ ਨੇ। ਇਸ ਦੌਰਾਨ ਗੁਰਮਤਿ ਦੀਵਾਨ ਸ਼੍ਰੀਮਾਨ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਟਿੱਬੇ ਵਾਲਿਆਂ ਵੱਲੋਂ ਸਜਾਏ ਜਾਣਗੇ। ਇਸ ਸਮਾਗਮ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 10ਵੀਂ ਪੀੜ੍ਹੀ ਵਿੱਚੋਂ 10ਵੇਂ ਵੰਸ਼ਜ ਸੰਤ ਬਾਬਾ ਜਤਿੰਦਰਪਾਲ ਸਿੰਘ ਜੀ ਸੋਢੀ ਵਿਸ਼ੇਸ਼ ਤੌਰ ਤੇ ਪੁੱਜ ਰਹੇ ਨੇ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਦੀ ਪੰਚਾਇਤ ਵੱਲੋਂ ਬੇਨਤੀ ਹੈ ਕਿ ਇਲਾਕਾ ਨਿਵਾਸੀ ਧਾਰਮਿਕ ਦੀਵਾਨ ਵਿੱਚ ਪੁੱਜ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।